जी अस्सलाम वालेकुम दोस्तों। ਅੱਜ ਜਨਾਬ ਗੱਲ ਕਰਨੇ ਆ ਇਮਰਾਨ ਖਾਨ ਸਾਹਿਬ ਦੀ ਜਿਹੜੀ 2 ਸਾਲਾ ਕਾਰਕਰਦਗੀ ਹੈ ਉਹਦੇ ਉੱਤੇ, ਕਿਉਂਕਿ ਕੱਲ ਮੇਰੇ ਖਿਆਲ ਨਾਲ ਕਬੀਨਾ ਦੇ ਇਜਲਾਸ ਦੇ ਵਿੱਚ ਇਮਰਾਨ ਖਾਨ ਸਾਹਿਬ ਜਿਹੜੇ ਨੇ ਉਹਨਾਂ ਨੂੰ ਸਾਰੀ ਕਾਰਕਰਦਗੀ ਪੇਸ਼ ਕੀਤੀ ਗਈ ਤੇ ਉਹ ਹੋਇਆ ਕੁਛ ਇਸ ਤਰ੍ਹਾਂ ਸੀ ਕਿ ਸਾਰੀਆਂ ਵਜ਼ਾਰਤਾਂ ਦੀ ਜਿਹੜੀ ਕਾਰਕਰਦਗੀ ਹੈ ਉਹ ਹੈ ਸੀ ਤੇ 0/0। ਉਹ ਸਾਰੀ ਜਨਾਬ ਉਹਨਾਂ ਇੱਕ ਪਾਇਲ ਜੀ ਬਣਾ ਕੇ ਤੇ ਵਜ਼ੀਰ ਆਜ਼ਮ ਦੀ ਟੇਬਲ ਦੇ ਉੱਤੇ ਰੱਖੀ ਔਰ ਸਭ ਤੋਂ ਉੱਤੇ ਜਨਾਬ ਲਿਖ ਦਿੱਤਾ 100/100। ਉਹ ਜਨਾਬ ਵਜ਼ੀਰ ਆਜ਼ਮ ਸਾਹਿਬ ਰਵਾਇਤੀ ਤਰੀਕੇ ਦੇ ਨਾਲ ਨਸ਼ਾ ਉਹਨਾਂ ਕੀਤਾ ਸੀ, ਕੋਕੇਨ ਚਾੜੀ ਸੀ ਤੇ ਜਨਾਬ ਆਏ ਨੇ, ਕਬੀਨਾ ਸਾਰੀ ਬੈਠੀ ਹੈ ਔਰ ਕਬੀਨਾ ਜਿਹੜੀ ਹੈ ਉਹ ਅੰਦਰੋਂ ਅੰਦਰ ਖੁਸ਼ ਹੋ ਰਹੀ ਹੈ ਕਿ ਅਸੀਂ ਉੱਤੇ 100/100 ਲਿਖ ਦਿੱਤਾ, ਇਹਨੇ ਕਿਹੜਾ ਕੋਈ ਚੈੱਕ ਕਰਨਾ। ਔਰ ਉਹ ਵਾਕਈ ਇਸ ਤਰ੍ਹਾਂ ਹੀ ਹੋਇਆ। ਖਾਨ ਸਾਹਿਬ ਜਿਹੜੇ ਨੇ ਨਿਆਜ਼ੀ ਸਾਹਿਬ ਆਏ ਨੇ, ਉਹਨਾਂ ਆ ਕੇ ਜਨਾਬ ਵੇਖਿਆ ਟੇਬਲ 'ਤੇ ਪੂਰੀ ਜਨਾਬ ਫਾਈਲਾਂ ਹਰ ਵਜ਼ਾਰਤ ਦੀਆਂ ਪਈਆਂ ਨੇ ਔਰ ਸਭ ਤੋਂ ਉੱਤੇ ਲਿਖਿਆ ਜੀ ਸਾਰੀਆਂ ਵਜ਼ਾਰਤਾਂ ਦੀ ਜਿਹੜੀ ਕਾਰਕਰਦਗੀ ਹੈ ਉਹ 100/100 ਹੈ। ਤੇ ਨਿਆਜ਼ੀ ਸਾਹਿਬ ਆਏ, ਉਹਨਾਂ ਵੇਖਿਆ 100/100, ਉਹਨਾਂ ਨੇ ਜਨਾਬ ਤਾੜੀਆਂ ਛਾੜੀਆਂ ਮਾਰਨੀ ਸ਼ੁਰੂ ਕਰ ਦਿੱਤੀਆਂ ਔਰ ਸਾਰਿਆਂ ਨੂੰ ਵਾਰ-ਵਾਰ ਮੁਬਾਰਕ ਦਿੱਤੀ ਕਿ ਬਹੁਤ ਅੱਛਾ ਤੁਸੀਂ ਕੰਮ ਕਰ ਰਹੇ ਹੋ, ਮਾਸ਼ਾਅੱਲਾ ਮੁਲਕ ਬਹੁਤ ਅੱਗੇ ਨਿਕਲ ਚੁੱਕਿਆ। ਲਿਹਾਜ਼ਾ ਇਸੇ ਖੁਸ਼ੀ ਦੇ ਵਿੱਚ ਹੀ ਉਹਨਾਂ 4-5 ਗੱਪਾਂ ਛੱਪਾਂ ਲਾ ਕੇ ਤੇ ਸਾਰਿਆਂ ਨੂੰ ਕਿਹਾ ਜੀ ਮਾਸ਼ਾਅੱਲਾ ਜਾਓ, ਇਸ ਤੋਂ ਵੀ ਅੱਛੀ ਕਾਰਕਰਦਗੀ ਜਿਹੜੀ ਉਹ ਤੁਸੀਂ ਵਿਖਾਓ। ਲੇਕਿਨ ਉਹ ਹੋਇਆ ਕੁਛ ਖਾਨ ਸਾਹਿਬ ਇਸ ਤਰ੍ਹਾਂ, ਮੈਂ ਤੁਹਾਨੂੰ ਦੱਸਣਾ ਕਿ ਤੁਹਾਡੀ ਕਾਰਕਰਦਗੀ ਕੀ ਹੈ। ਤੁਹਾਡੀ ਕਾਰਕਰਦਗੀ ਜਨਾਬ ਇਹ ਹੈਗੀ ਹੈ ਕਿ ਡਾਲਰ ਜਿਹੜਾ ਹੈ ਉਹ 104 ਰੁਪਏ ਦੇ ਤੁਹਾਨੂੰ ਮਿਲਿਆ ਸੀ ਤੇ 180-90 ਤੱਕ ਪਹੁੰਚ ਚੁੱਕਿਆ। ਪੈਟਰੋਲ ਜਿਹੜਾ ਉਹ 68 ਤੇ ਤੁਹਾਨੂੰ ਮਿਲਿਆ ਸੀ, ਉਹ 108 ਤੇ ਪਹੁੰਚ ਚੁੱਕਿਆ। ਚੀਨੀ ਜਨਾਬ 45 ਤੇ ਤੁਹਾਨੂੰ ਮਿਲੀ ਸੀ, ਉਹ 110 ਤੱਕ ਵੀ ਚਲੀ ਗਈ ਹੈ। ਆਟਾ ਜਿਹੜਾ ਉਹ 30 ਤੇ ਮਿਲਿਆ ਸੀ, ਉਹ 70 ਤੇ ਪਹੁੰਚ ਗਿਆ। ਘੀ ਜਿਹੜਾ ਉਹ 135 ਤੇ ਸੀ, ਹੁਣ 240 ਤੇ ਚਲਾ ਗਿਆ। ਬਿਜਲੀ ਦਾ ਜਿਹੜਾ ਫੀ ਯੂਨਿਟ ਸੀ ਉਹ 8 ਰੁਪਏ ਦਾ ਸੀ, ਜਿਹਦੇ ਬਾਰੇ ਤੁਸੀਂ ਕੰਟੇਨਰ 'ਤੇ ਚੜ੍ਹ ਕੇ ਤੇ ਮਾਵਾਂ ਭੈਣਾਂ ਦੀਆਂ ਗਾਲਾਂ ਕੱਢਦੇ ਸੋ ਕਿ ਜਦੋਂ ਤੁਸੀਂ ਆਵੋਗੇ ਤੇ ਬਿਜਲੀ ਦਾ ਜਿਹੜਾ ਯੂਨਿਟ ਹੈ ਉਹ 8 ਰੁਪਏ ਤੋਂ ਕੰਮ ਕਰਕੇ ਤੇ ਜਨਾਬ 2 ਰੁਪਏ ਕਰੋਗੇ। ਉਹ ਜਨਾਬ ਤੁਸੀਂ 2 ਰੁਪਏ ਦੀ ਬਜਾਏ ਉਹ 25 ਰੁਪਏ ਫੀ ਯੂਨਿਟ ਜਿਹੜਾ ਉਹ ਜਨਾਬ ਹੋ ਚੁੱਕਿਆ। ਲਿਹਾਜ਼ਾ ਇਹ ਤੇ ਛੋਟੀਆਂ ਛੋਟੀਆਂ ਗੱਲਾਂ ਨੇ, ਇਹਦੇ 'ਚ ਹੋਰ ਬਿਜਲੀ ਦੇ ਬਿੱਲ ਨੇ ਜਿਹੜੇ ਕੋਈ 1000% ਵੱਧ ਚੁੱਕੇ ਨੇ, ਗੈਸ ਦੇ ਬਿੱਲ ਨੇ, ਹੋਰ ਜੋ ਵੀ ਖਾਣ ਪੀਣ ਵਾਲੀਆਂ ਚੀਜ਼ਾਂ ਨੇ ਉਹ ਤੁਹਾਨੂੰ ਪਤਾ ਹੀ ਹੈ, ਕਿਉਂਕਿ ਤੁਸੀਂ ਕਿਹੜਾ ਕਦੀ ਪੱਲਿਓਂ ਖਰੀਦੀ ਹੈ। ਕੋਈ ਕਿੱਧਰੋਂ ਕੋਈ ਦੇ ਗਿਆ, ਕੋਈ ਦੇ ਗਿਆ, ਕੋਈ ਦੇ ਗਿਆ, ਸਾਰੀ ਉਮਰ ਤੁਸੀਂ ਮੰਗ ਕੇ ਖਾਧਾ ਔਰ ਹਲਾਲ ਦਾ ਅੱਜ ਤੱਕ ਇੱਕ ਜਿਹੜਾ ਨਾ ਨਵਾਲਾ ਨਹੀਂ ਖਾਧਾ। ਲਿਹਾਜ਼ਾ ਤੁਹਾਨੂੰ ਕੀ ਪਤਾ ਕਿ ਮਹਿੰਗਾਈ ਕੀ ਹੁੰਦੀ ਹੈ। ਤੇ ਉਹ ਜਨਾਬ ਹੁਣ ਆ ਜਾਂਦੇ ਜ਼ਰਾ ਵਜ਼ੀਰਾਂ ਦੀ ਕਾਰਕਰਦਗੀ ਤੇ ਸਭ ਤੋਂ ਪਹਿਲੇ ਆ ਜਾਂਦੇ ਜਨਾਬ ਸਿਹਤ ਤੇ ਤੁਸੀਂ ਜਿਹੜਾ ਵਜ਼ੀਰ ਲਾਇਆ ਸੀ ਗਿਆਨੀ ਸਾਹਿਬ, ਉਹ 10-15 ਅਰਬ ਰੁਪਈਆ ਜਿਹੜਾ ਉਹ ਕਰਪਸ਼ਨ ਕਰਕੇ ਲੈ ਕੇ ਉਹ ਸਾਈਡ ਤੇ, ਔਰ ਤੁਸੀਂ ਉਹਨੂੰ ਕੁਛ ਵੀ ਨਹੀਂ ਕਿਹਾ। ਤੁਸੀਂ ਕਿਹਾ ਕੋਈ ਨਹੀਂ ਠੀਕ ਹੈ, ਕਿਉਂਕਿ ਉਹਦਾ ਜਿਹੜਾ ਹਿੱਸਾ ਸੀ ਤੁਹਾਡਾ ਉਹ ਤੁਹਾਨੂੰ ਮਿਲ ਗਿਆ ਹੋਣਾ ਔਰ ਤੁਸੀਂ ਕਿਹਾ ਹੋਣਾ ਕਿ ਚੱਲ ਤੂੰ ਸਾਈਡ ਤੇ ਹੋ ਜਾ ਹੁਣ ਤੇ ਮੈਂ ਆਪੇ ਸੰਭਾਲ ਲੈਣਾ। ਉਸ ਤੋਂ ਬਾਅਦ ਸਿਹਤ ਦਾ ਤੇ ਹੋ ਗਿਆ ਜਨਾਬ ਇਹ ਹਾਲ, ਤੁਸੀਂ ਇਹ ਕੀਤਾ। ਉਸ ਤੋਂ ਬਾਅਦ ਆ ਗਈ ਤਾਲੀਮ, 0/0 ਕਾਰਕਰਦਗੀ ਖਾਨ ਸਾਹਿਬ। ਜਿੰਨਾ ਬਜਟ ਸੀ ਹਾਇਰ ਐਜੂਕੇਸ਼ਨ ਦਾ ਉਹ ਵੀ ਖਤਮ, ਸਕੂਲਾਂ ਦੇ ਬਜਟ ਖਤਮ, ਉਹਨਾਂ ਦੀ ਰਿਪੇਅਰਿੰਗ ਖਤਮ, ਟੀਚਰਾਂ ਦੀ ਤਨਖਾਹਾਂ ਜਿਹੜੀਆਂ ਨੇ ਉਹ ਵੀ ਤੁਸੀਂ ਨਹੀਂ ਦੇ ਰਹੇ, ਹੜਤਾਲਾਂ ਹੋ ਰਹੀਆਂ, ਸਾਰਾ ਕੁਛ। ਲਿਹਾਜ਼ਾ ਤਾਲੀਮ ਦਾ ਤਾਂ ਖੈਰ ਨਾਲ ਬੇੜਾ ਤੁਸੀਂ ਉਂਝ ਕਰਤਾ, ਕੋਈ ਸਕਾਲਰਸ਼ਿਪ ਨਹੀਂ, ਕੋਈ ਕੁਛ ਨਹੀਂ। ਉਸ ਤੋਂ ਬਾਅਦ ਆ ਜਾਂਦੀ ਜਨਾਬ ਇਨਫੋਰਮੇਸ਼ਨ। ਤੁਸੀਂ PTV ਨੂੰ ਬਣਾਉਣਾ ਸੀ BBC ਤੇ ਉਹ BBC ਦੀ ਬਜਾਏ ਉਹ ਬਣ ਗਿਆ ਬਨੀ ਗਾਲਾ TV। ਲਿਹਾਜ਼ਾ ਇਨਫੋਰਮੇਸ਼ਨ ਜਿਹੜੀ ਹੈ ਉਹ ਵੀ, ਔਰ ਉਸ ਤੋਂ ਬਾਅਦ ਝੂਠ, ਹਰ ਟਾਈਮ ਝੂਠ 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 ਝੂਠ, ਤੇ ਉਹ BBC ਜਿਹੜਾ ਉਹ ਬਨੀ ਗਾਲਾ TV ਬਣ ਗਿਆ। ਲਿਹਾਜ਼ਾ ਇਹਦੇ 'ਚ ਵੀ ਤੁਹਾਡੀ ਕਾਰਕਰਦਗੀ 0/0। ਉਸ ਤੋਂ ਬਾਅਦ ਜਨਾਬ ਆ ਜਾਂਦੇ ਹੋ, ਅੱਲਾ ਤੁਹਾਡਾ ਭਲਾ ਕਰੇ, ਖਾਰਜਾ। ਉਹ ਡੱਬਾ ਪੀਰ ਸਾਹਿਬ ਜਿਹੜੇ ਨੇ ਮੁਲਤਾਨ ਦੇ, ਉਹ ਤੁਸੀਂ ਖਾਰਜਾ ਪਾਲਿਸੀ ਉਹਨਾਂ ਦੀ ਵੇਖ ਹੀ ਲਈ ਹੋਣੀ। ਅੱਜ ਪਾਕਿਸਤਾਨ ਜਿਹੜਾ ਉਹ ਤਨਹਾ ਹੋ ਗਿਆ, ਹਰ ਪਾਸੇ ਸਾਊਦੀਆ ਵੀ ਗਿਆ, ਤੁਰਕੀ ਵੀ ਗਿਆ, ਸਾਰੇ ਤਕਰੀਬਨ, ਚੀਨ ਵੈਸੇ ਨਾਰਾਜ਼ ਹੈ। ਤੇ ਉਹ ਤੁਸੀਂ ਵੇਖ ਲਈਏ ਕਿ ਅੱਜ ਤੁਸੀਂ ਕੀ ਕਰਦੇ ਫਿਰਦੇ ਹੋ, ਜਿਹੜੀ ਕੋਈ ਬਚੀ ਕੁਛ ਇੱਜ਼ਤ ਰਹਿ ਗਈ ਉਹਨੂੰ ਬਹਾਲ ਕਰਨ ਵਾਸਤੇ। ਲਿਹਾਜ਼ਾ ਖਾਰਜਾ ਵੀ 0 ਤੇ ਦਾਖਲਾ ਤੇ ਵੈਸੇ ਹੀ 0 ਆ, ਕਿਉਂਕਿ ਉਹ ਤੁਹਾਡਾ ਜਿਹੜਾ ਉਹ ਇੱਕ ਵਜ਼ੀਰ ਸੀ KPK ਤੋਂ,
ਉਹ ਜਿਹੜਾ ਉਹ ਹਰ ਗੱਲ 'ਚ ਕਸਮ ਦਿੰਦਾ ਅਤੇ ਅੱਲਾ ਨੂੰ ਜਾਨ ਦੇਣੀ ਹੈ, ਉਹ ਚਵਲ ਆਦਮੀ ਝੂਠਾ ਜਿਹੜਾ ਕਸਮਾਂ ਖਾ ਕੇ ਝੂਠ ਬੋਲਦਾ ਹਰ ਟਾਈਮ ਅੱਲਾ ਦਾ ਨਾਂ ਲੈ ਕੇ, ਉਹ ਤੁਹਾਡੇ ਸਾਹਮਣੇ ਹੀ ਕਿ ਕੀ ਹਾਲਾਤ ਨੇ, ਚੋਰੀਆਂ ਡਕੈਤੀਆਂ ਔਰ ਇਸ ਤਰ੍ਹਾਂ ਦੀਆਂ ਚੀਜ਼ਾਂ ਕਿਸ ਤੱਕ ਚਲੀ ਜਾਂਗੀਆਂ। ਉਸ ਤੋਂ ਬਾਅਦ ਇੱਕ ਵਜ਼ੀਰ ਆ ਗਏ ਜ਼ਰਤਾਜ ਗੋਲ ਸਾਹਿਬਾ ਆਪਣਾ ਮਾਹੌਲੀਆਤੀ ਤਬਦੀਲੀ, ਉਹਨਾਂ ਦੀ ਕਾਰਕਰਦਗੀ 100 ਹੈ, ਕਿਉਂਕਿ ਉਹਦੀ ਤਾਂ 100 ਹੀ ਹੋਣੀ ਹੈ। ਤੁਹਾਨੂੰ ਪਤਾ ਕਿਉਂ, ਤੁਸੀਂ ਸਾਰਾ ਜਾਣਦੇ ਹੋ, ਉਹ ਹਨੇਰੀ ਗਲੀਆਂ ਅਤੇ ਸਾਰਾ ਮਾਮਲਾ ਜਿਹੜਾ ਤੁਹਾਨੂੰ ਪਤਾ ਹੀ ਹੈ ਸਾਰਾ ਕਿ ਉਹਦੀ 100 ਕਿਉਂ ਹੈ। ਉਸ ਤੋਂ ਬਾਅਦ ਜਨਾਬ ਆ ਜਾਂਦੇ ਨੇ ਆਪਣਾ ਮੁਰਾਦ ਸਈਦ ਸਾਹਿਬ, ਉਹਨਾਂ ਦੀ ਵੀ 100 ਹੀ ਹੋਣੀ ਹੈ, ਕਿਉਂਕਿ ਇਹ ਕਿਵੇਂ ਹੋ ਸਕਦਾ ਕਿ 10-15 ਅਰਬ ਦਾ ਡਾਕਾ ਉਹਨੇ ਡਾਕਖਾਨਿਆਂ 'ਚ ਮਾਰਿਆ ਹੋਏ ਅਤੇ ਨਾ ਕੋਈ ਰੈਫਰੈਂਸ ਬਣੇ, ਨਾ ਕੋਈ ਖਬਰ ਬਣੇ। ਔਰ ਮਵਾਸਲਾਤ ਦੇ ਉਹ ਵਜ਼ੀਰ ਨੇ, ਯਾਨੀ ਕਿ ਜਿੰਨੀ ਵੀ ਮੋਟਰਵੇਜ਼ ਬਣਨੀਆਂ ਨੇ ਪਾਕਿਸਤਾਨ 'ਚ, ਉਹਦੇ ਉਹ ਵਜ਼ੀਰ ਨੇ। ਤੇ ਲਿਹਾਜ਼ਾ ਉਹਨਾਂ 'ਤੇ ਮੋਟਰਵੇਜ਼ ਤਾਂ ਚਲੋ ਬੜੀ ਦੂਰ ਦੀ ਗੱਲ ਹੈ, ਕਿਸੇ ਪਿੰਡ ਦੀ ਇੱਕ ਛੋਟੀ ਜਿਹੀ ਸੜਕ ਵੀ ਨਹੀਂ ਬਣਾਈ ਹੋਣੀ, ਅਤੇ ਲਿਹਾਜ਼ਾ ਉਹਦੀ ਵੀ 100 ਹੈ, ਕਿਉਂਕਿ ਤੁਸੀਂ ਸਮਝਦੇ ਹੋ ਕਿ ਅੰਧੇਰੀ ਰਾਤੋਂ ਮੇਂ ਕੀ ਮਸਲੇ ਮਸਾਇਲ ਪੈਦਾ ਹੁੰਦੇ ਨੇ, ਅਤੇ ਫਿਰ ਮੁਰਾਦ ਸਈਦ ਸਾਹਿਬ ਜਿਹੜੇ ਨੇ ਉਹਨਾਂ ਦਾ ਕੀ ਰੋਲ ਹੁੰਦਾ। ਉਸ ਤੋਂ ਬਾਅਦ ਆ ਜਾਓ ਜਨਾਬ ਸ਼ਹੀਦਾਂ ਟੱਲੀ ਰੇਲਵੇ, 0/0, ਹਜ਼ਾਰਾਂ ਐਕਸੀਡੈਂਟ 2 ਸਾਲਾਂ ਦੇ ਵਿੱਚ, ਲੇਕਿਨ ਉਹਨੂੰ ਪੁੱਛਣ ਵਾਲਾ ਕੋਈ ਨਹੀਂ, ਕਿਉਂਕਿ ਉਹਨੂੰ ਕਿਸੇ ਹੋਰ ਨੇ ਆਂਦਾ, ਉਹ ਵੱਡੇ ਲੋਕ ਜਿਹੜੇ ਨੇ ਉਹਨਾਂ ਨੇ ਆਂਦਾ, ਲਿਆ ਉਹਨੂੰ ਵੀ ਕੋਈ ਨਹੀਂ ਪੁੱਛ ਸਕਦਾ। ਔਰ ਕੋਈ ਮਤਲਬ ਅਦਾਲਤ, ਕੋਈ ਨੈਬ, ਕੋਈ ਚੱਕਰ ਨਹੀਂ। ਮਤਲਬ ਸ਼ਹੀਦਾਂ ਟੱਲੀ ਬਿਲਕੁਲ ਗੇਟ ਨੰਬਰ 4 ਦੀ ਪੈਦਾਵਾਰ, ਤੇ ਲਿਆਦਾ ਉਹਨੂੰ ਕੌਣ ਪੁੱਛ ਸਕਦਾ। ਤੇ ਇਸ ਤਰ੍ਹਾਂ ਕਰਕੇ ਜਨਾਬ ਤੁਹਾਡੇ ਵਜ਼ੀਰ ਸਾਇੰਸ ਸਾਹਿਬ ਫਵਾਦ ਚੌਧਰੀ ਸਾਹਿਬ, ਉਹਨਾਂ ਦੀ ਕਾਰਕਰਦਗੀ ਕੀ ਮਾਸ਼ਾਅੱਲਾ ਹਰ ਟਾਈਮ ਜਿਹੜਾ ਉਹ ਕਦੀ ਮਜ਼ਹਬੀ ਰਹਿਨੁਮਾਵਾਂ ਨੂੰ ਗਾਲਾਂ ਕੱਢ ਰਹੇ ਨੇ, ਕਦੀ ਆਪਸ ਵਿੱਚ ਕਿਸੇ ਨੂੰ ਕੱਢ ਰਹੇ ਨੇ, ਕਦੀ ਫਿਆਜ਼ ਚੌਹਾਨ ਨੂੰ ਕੱਢ ਰਹੇ ਨੇ, ਕਦੀ ਕਿਸੇ ਨੂੰ ਕੱਢ ਰਹੇ ਨੇ। ਔਰ ਇਹ ਮੌਸੂਫ ਜਿਹੜੇ ਨੇ, ਇਹ ਜਿਹੜੀ ਨੌਜਵਾਨ ਨਸਲ ਹੈ, ਉਹਨਾਂ ਨੂੰ ਇਹਨਾਂ ਨੇ ਸਾਇੰਸ ਔਰ ਟੈਕਨੋਲੋਜੀ ਸਿਖਾਉਣੀ ਹੈ। ਅੱਗੋਂ ਤੁਸੀਂ ਖੁਦ ਸਮਝਦਾਰ ਹੋ ਕਿ ਫਵਾਦ ਚੌਧਰੀ ਸਾਹਿਬ ਦੀ ਕੀ ਕਾਰਕਰਦਗੀ, ਲਿਹਾਜ਼ਾ 0/0 ਜ਼ਿਲਚਾ। ਅਤੇ ਉਸ ਤੋਂ ਬਾਅਦ ਚਲੋ ਜੀ ਪੰਜਾਬ ਵਾਲ ਪਾਸੇ ਆ ਜਾਂਦੇ। ਪੰਜਾਬ ਤਾਂ ਵੈਸੇ ਹੀ ਖੰਡਰ ਹੋ ਗਿਆ, ਔਰ ਜਿਸ ਸੂਬੇ ਦਾ ਵਜ਼ੀਰ ਆਲਾ ਲੇਲੇ ਚੋਰੀ ਕਰਨ ਵਾਲਾ ਸ਼ਖਸ ਹੋਏ, ਲੇਲਾ ਸਮਝਦੇ ਹੋ ਨਾ, ਬੱਕਰੇ ਚੋਰੀ ਕਰਨ ਵਾਲਾ ਸ਼ਖਸ, ਉਹ ਮਤਲਬ ਪੂਰਾ ਪੰਜਾਬ ਜਿਹੜਾ ਅੱਧਾ ਪਾਕਿਸਤਾਨ ਹੈ ਉਹਨੂੰ ਉਹ ਚਲਾ ਰਿਹਾ। ਔਰ ਜਿਸ ਤਰ੍ਹਾਂ ਫਿਰ ਉਹ ਚਲਾ ਰਿਹਾ, ਇਹ ਹੀ ਸਮਝੋ ਕਿ ਜਿਵੇਂ ਲੇਲੇ ਹੀ ਚੋਰੀ ਕਰ ਰਿਹਾ। ਅਤੇ ਲਿਹਾਜ਼ਾ ਪੰਜਾਬ ਨੂੰ ਤਾਂ ਤੁਸੀਂ ਫਨਾ ਫਿਲਾ ਕਰ ਦਿੱਤਾ। ਔਰ ਇੱਕ ਪੀਰਨੀ ਦੀ ਜ਼ਿੱਦ ਦੀ ਵਜ੍ਹਾ ਤੋਂ, ਕਿਉਂਕਿ ਪੀਰਨੀ ਦਾ ਮਰੀਦ ਹੈ, ਔਰ ਉਸ ਜ਼ਿੱਦ ਦੀ ਵਜ੍ਹਾ 'ਚੋਂ ਜਨਾਬ ਤੁਸੀਂ ਪੰਜਾਬ ਦਾ ਧੜਨ ਤਖਤਾ ਕਰ ਦਿੱਤਾ। ਅਤੇ ਪੰਜਾਬ ਦੀ ਕਾਰਕਰਦਗੀ 0/0। ਅਤੇ KPK ਤਾਂ ਵੈਸੇ ਹੀ ਖੰਡਰ ਵਿੱਚ ਤਬਦੀਲ ਹੈ, ਨਾ ਉੱਥੇ ਕੋਈ ਮੀਡੀਆ, ਨਾ ਕਿਸੇ ਨੂੰ ਕੋਈ ਬੋਲਣ ਦਿੰਦਾ, ਨਾ ਕੋਈ ਚਾਲਣ ਦਿੰਦਾ। ਉਹ ਤਾਂ ਤਰਸ ਤਾਂ ਬੜਾ ਆਉਂਦਾ KPK ਦੀ ਆਵਾਮ 'ਤੇ, ਲੇਕਿਨ ਕੀ ਕਰੀਏ, ਉਹ ਜਾਣਨ ਤਾਂ ਉਹਨਾਂ ਦਾ ਕੰਮ ਜਾਣੇ, ਬਾਦਸ਼ਾਹ ਲੋਕ ਨੇ, ਉਹ ਆਪੇ ਤੁਹਾਡੇ ਕੋਲ ਹਿਸਾਬ ਲੈ ਲੈਣਗੇ ਜਦੋਂ ਕਦੀ ਇਲੈਕਸ਼ਨ ਆਉਣਗੇ। ਅਤੇ ਜਨਾਬ ਸਭ ਤੋਂ ਆਖਰ 'ਤੇ ਖਾਨ ਸਾਹਿਬ ਨਿਆਜ਼ੀ ਸਾਹਿਬ, ਤੁਹਾਡੀ ਆਪਣੀ ਕਾਰਕਰਦਗੀ, ਤੁਸੀਂ ਹਰ 5 ਮਿੰਟ ਬਾਅਦ ਝੂਠ ਬੋਲਦੇ ਹੋ, ਔਰ ਫਿਰ ਤੁਸੀਂ ਸ਼ਰਮ ਵੀ ਮਹਿਸੂਸ ਨਹੀਂ ਕਰਦੇ ਕਿ ਯਾਰ ਮੈਂ ਤਸਬੀਹ ਹੱਥ 'ਚ ਫੜੀ ਅਤੇ ਮੈਂ ਇੱਕ ਹੀ ਚਵਲਾ ਮਾਰਦਾ ਫਿਰਨਾ। ਲਿਹਾਜ਼ਾ ਤੁਹਾਨੂੰ ਸ਼ਰਮ ਤਾਂ ਕੋਈ ਵੀ ਨਹੀਂ ਦਵਾ ਸਕਦਾ, ਕਿਉਂਕਿ ਮਤਲਬ ਤੁਸੀਂ ਬੇਸ਼ਰਮ ਆਦਮੀ ਹੈ, ਔਰ ਬੇਸ਼ਰਮ ਆਦਮੀ ਨੂੰ ਸ਼ਰਮ ਖੁਦ ਹੀ ਆ ਸਕਦੀ ਹੈ, ਕੋਈ ਦਵਾ ਨਹੀਂ ਸਕਦਾ। ਅਤੇ ਉਹ ਜਨਾਬ ਤੁਸੀਂ ਜਿਹੜੀਆਂ ਚਵਲਾਂ ਮਾਰੀਆਂ ਸੀ ਇਲੈਕਸ਼ਨ ਤੋਂ ਪਹਿਲੇ, ਤੁਹਾਡੇ ਕੋਲ ਬਲਕਿ ਮਰਵਾਈਆਂ ਗਿਆ ਸੀ। 1 ਕਰੋੜ ਨੌਕਰੀ, 50 ਲੱਖ ਘਰ, ਜਨੂਬੀ ਪੰਜਾਬ ਦਾ ਸੂਬਾ, ਠੀਕ ਹੈ ਨਾ, ਹਰ ਚੀਜ਼ ਸਸਤੀ, ਅਤੇ ਪਾਕਿਸਤਾਨ ਦੀ ਖੁਸ਼ਹਾਲੀ, 200 ਅਰਬ ਡਾਲਰ ਲਿਆ ਕੇ ਮੂੰਹ 'ਤੇ ਮਾਰਾਂਗੇ। ਅਤੇ ਉਹ ਮੂੰਹ 'ਤੇ ਤੁਸੀਂ ਕੀ ਮਾਰਨਾ ਸੀ, ਤੁਸੀਂ ਤਾਂ ਅੱਜ ਅੱਲਾ ਦੇ ਫਜ਼ਲ ਕਰਮ ਨਾਲ ਟਗੇ ਨੂੰ ਤਰਸਣ ਦੇ ਹੋ। ਔਰ ਖਾਨ ਸਾਹਿਬ ਤੁਸੀਂ ਇਹ ਗੱਲ ਤਸਲੀਮ ਕਰ ਲਓ ਕਿ ਜਿਸ ਦਿਨ ਤੁਸੀਂ ਆਏ ਹੋ, ਪਾਕਿਸਤਾਨ ਦਾ ਜਿਹੜਾ ਨਾ ਤੁਸੀਂ ਤਬਾਹੀ ਔਰ ਬਰਬਾਦੀ ਕਰ ਦਿੱਤੀ, ਇਹ ਮੰਨਣ 'ਚ ਕੋਈ ਹਰਜ ਨਹੀਂ, ਕਿਉਂਕਿ ਅਜ਼ੀਮ ਲੋਕ ਹੁੰਦੇ ਨੇ ਜਿਹੜੇ ਆਪਣੀਆਂ ਗਲਤੀਆਂ ਮੰਨਦੇ ਨੇ, ਉਸ ਤੋਂ ਬਾਅਦ ਮਾਫੀ ਮੰਗਦੇ ਨੇ ਔਰ ਚੁੱਪ ਕਰਕੇ ਸਾਈਡ 'ਤੇ ਹੋ ਜਾਂਦੇ ਨੇ। ਅਤੇ ਲਿਹਾਜ਼ਾ ਤੁਹਾਡੇ ਵਾਸਤੇ ਵੀ ਇਹ ਹੀ ਹੈ ਕਿ ਤੁਸੀਂ ਖੁਦਾ ਦਾ ਨਾਂ ਜੇ ਛੱਡੋ, ਇਹ ਕੰਮ ਤੁਹਾਡਾ ਨਹੀਂ ਹੈ, ਕਿਉਂਕਿ ਤੁਸੀਂ ਕੋਕੇਨ ਜਿਹੜੀ ਉਹ ਲਾਣੀ ਹੁੰਦੀ ਹੈ, ਔਰ ਉਸ ਤੋਂ ਬਾਅਦ ਤੁਸੀਂ ਇਹ ਸਾਰਾ ਕੁਛ ਗੰਦ ਜਿਹੜਾ ਫਲਾਣਾ ਹੁੰਦਾ, ਛੱਡੋ, ਜਾਓ, ਮਜ਼ੇ ਕਰੋ, ਤੁਸੀਂ ਹੀਰੋ ਕੌਮ ਦੇ, ਅਤੇ ਜਾਓ ਜਾ ਕੇ ਆਪਣਾ ਹਸਪਤਾਲ ਚਲਾਓ, ਜਾਂ ਜੋ ਵੀ ਤੁਸੀਂ ਕਰਦੇ ਹੋ ਕਰੋ, ਆਪਣਾ ਮੌਜ ਮਸਤੀ ਕਰੋ। ਇਹ ਤੁਹਾਡੇ ਵਾਸਤੇ ਰੋਗ ਨਹੀਂ ਹੈ, ਇਹ ਸਿਆਸਤ, ਇਹ ਮੁਲਕ ਚਲਾਉਣਾ,
ਇਹ ਬੜਾ ਔਖਾ ਕੰਮ ਹੈ। ਤੇ ਲਿਹਾਜ਼ਾ ਖਾਨ ਸਾਹਿਬ ਤੁਹਾਡਾ ਕਿ ਮੈਂ ਆਖਰ ਤੇ ਫਿਰ ਇਹੀ ਕਹਿਣਾ ਕਿ ਕਾਰਕਰਦਗੀ 2 ਸਾਲ ਦੀ ਤੁਹਾਡੀ 0/0 ਹੈ। ਖੁਦਾ ਦਾ ਨਾਂ ਜੀ ਇਸ ਮੁਲਕ ਦੀ ਜਾਨ ਛੱਡ ਦਿਓ ਔਰ ਮੰਨ ਜੋ ਗੱਲ ਕਿ ਤੁਹਾਡੇ ਕੋਲ ਨਹੀਂ ਚੱਲ ਸਕਦਾ ਔਰ ਤੁਸੀਂ ਮਤਲਬ ਇੱਕ ਇਸ ਕਾਬਲ ਨਹੀਂ ਹੈ, ਕਿਉਂਕਿ ਇਹ ਮੁਲਕ ਚਲਾਉਣਾ ਬੜਾ ਮੁਸ਼ਕਿਲ ਕੰਮ ਹੈ ਔਰ ਇਹਦੇ ਵਾਸਤੇ ਤਜਰਬਾਕਾਰ ਲੋਕ ਚਾਹੀਦੇ ਨੇ ਔਰ ਤੁਹਾਡੇ ਕੋਲ ਤਾਂ ਕਿਸੇ ਕਿਸਮ ਦਾ ਕੋਈ ਤਜਰਬਾ ਨਹੀਂ। ਤੁਸੀਂ ਤਾਂ ਅੱਜ ਤੱਕ ਆਪਣਾ ਘਰ ਨਹੀਂ ਚਲਾਇਆ ਤੇ ਮੁਲਕ ਪਾਕਿਸਤਾਨ ਵਰਗਾ ਮੁਲਕ ਜਿਹੜਾ ਉਹ ਚਲਾਉਣਾ ਜਿਹੜਾ ਉਹ ਕੋਈ ਮਤਲਬ ਇੰਨਾ ਈਜ਼ੀ ਨਹੀਂ ਹੈ। ਲਿਹਾਜ਼ਾ ਖਾਨ ਸਾਹਿਬ ਪਲੀਜ਼, ਅੱਲਾ ਦਾ ਵੀ ਹੁਕਮ ਹੈ ਕਿ ਨਸ਼ਾ ਜਿਹੜਾ ਇਹ ਬਹੁਤ ਵੱਡੀ ਲਾਨਤ ਹੈ ਔਰ ਖੁਦਾ ਦਾ ਨਾਂ ਜੇ ਇਸ ਮੁਲਕ ਦੀ ਜਾਨ ਛੱਡੋ। ਅਗਰ ਤੁਸੀਂ ਕੋਈ 2 4 6 ਮਹੀਨੇ ਜੇ ਹੈ ਹੋ ਤੇ ਜਿੰਨੀ ਰਿਲੀਫ ਦੇ ਸਕਦੇ ਹੋ ਪਾਕਿਸਤਾਨੀਆਂ ਨੂੰ ਉਹ ਦੇ ਦਿਓ ਤਾਂ ਕਿ ਤੁਹਾਨੂੰ ਫਿਰ ਬਾਅਦ ਚੋਂ ਜਿਹੜਾ ਨਾ ਉਹ ਯਾਦ ਕਰਦੇ ਰਹਿਣ ਕਿ ਜੀ ਖਾਨ ਸਾਹਿਬ ਜਿਹੜੇ ਨੇ ਉਹ ਸਾਨੂੰ ਇਹ ਕੁਝ ਸਾਲੋਂ ਦੇ ਕੇ ਗਏ ਨੇ। ਤੇ ਲਿਹਾਜ਼ਾ ਬਿਹਤਰ ਤੁਹਾਡੇ ਵਾਸਤੇ ਇਹੀ ਹੈ ਕਿ ਹਜੇ ਵੀ ਜਿਹੜਾ ਨਾ ਟਾਈਮ ਨਹੀਂ ਗੁਜ਼ਰਿਆ ਤੇ ਚੁੱਪ ਕਰਕੇ ਸਾਈਡ ਤੇ ਹੋ ਜਾਓ ਔਰ ਚਲੇ ਜਾਓ, ਕਿਉਂਕਿ ਇਹ ਮੁਲਕ ਕਿਸੇ ਨਸ਼ਈ ਦੇ ਹੱਥੋਂ ਨਹੀਂ ਚੱਲ ਸਕਦਾ। ਇਹਦੇ ਵਾਸਤੇ ਜਿਹੜਾ ਨਾ ਹਾਜ਼ਰ ਦਿਮਾਗੀ ਔਰ ਤਜਰਬਾ ਔਰ ਅਵਾਮੀ ਤਾਕਤ ਇਹ ਸਾਰੀਆਂ ਚੀਜ਼ਾਂ ਚਾਹੀਦੀਆਂ ਨੇ। ਲਿਆ ਤੁਹਾਡੇ ਕੋਲ ਕੋਈ ਚੀਜ਼ ਵੀ ਨਹੀਂ ਹੈ, ਤੁਸੀਂ ਇਹਨੂੰ ਸ਼ੁਗਲ ਸਮਝਿਆ, ਸ਼ੁਗਲੋ ਸ਼ੁਗਲੀ ਆਏ ਔਰ ਸ਼ੁਗਲੋ ਸ਼ੁਗਲੀ ਜਿਹੜਾ ਨਾ ਮੁਲਕ ਦਾ ਸਤਿਆਨਾਸ਼ ਕੀਤਾ। ਤੇ ਚਲੋ ਤੁਸੀਂ ਹੁਣ ਕਰ ਲਿਆ ਤਾਂ ਹੁਣ ਸ਼ੁਗਲੋ ਸ਼ੁਗਲੀ ਜਿਹੜਾ ਨਾ ਉਹ ਤੁਸੀਂ ਜਾਨ ਛੱਡ ਦਿਓ ਔਰ ਆਵਾਮ ਨੂੰ ਜਿਹੜਾ ਉਹ ਜੀਣ ਦਿਓ ਔਰ ਕੋਈ ਨਵੇਂ ਲੋਕ ਆਉਣ ਉਹ ਆ ਕੇ ਜਨਾਬ ਇਹ ਮੁਲਕ ਨੂੰ ਸੰਭਾਲਣ, ਕਿਉਂਕਿ ਇਹ ਤੁਹਾਡੇ ਵਾਸਤੇ ਦੀ ਗੱਲ ਨਹੀਂ ਹੈ। ਤੇ ਆਖਰ ਤੇ ਮੈਂ ਫਿਰ ਕਹਿਣਾ ਖਾਨ ਸਾਹਿਬ, ਨਸ਼ਾ ਬਹੁਤ ਵੱਡੀ ਲਾਨਤ ਹੈ। ਥੈਂਕ ਯੂ ਵੈਰੀ ਮੱਚ।